ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ ਡੱਲਾ ਜੀ। ਸੋ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਯੂਨੀਫਾਰਮ ਸਿਵਲ ਕੋਡ ਦੀ, ਸੋ ਇਸ ਨੂੰ ਲੈ ਕੇ ਸਿਆਸਤ ਵੀ ਪੂਰੀ ਤਰ੍ਹਾਂ ਨਾਲ ਗਰਮਾ ਜ਼ਰੂਰ ਰਹੀ ਹੈ। ਵੱਖ-ਵੱਖ ਬਿਆਨ ਆ ਰਹੇ ਨੇ। ਜੇਕਰ ਆਪਾਂ ਗੱਲ ਕਰੀਏ ਤਾਂ ਐਸਜੀਪੀਸੀ ਦਾ ਬਹੁਤ ਵੱਡਾ ਬਿਆਨ ਆਇਆ ਹੈ ਯੂਸੀਸੀ ਤੇ। ਸੋ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਅਗਰ ਇਹ ਕਾਨੂੰਨ ਲਾਗੂ ਹੋ ਜਾਂਦਾ ਹੈ, ਕੋਡ ਲਾਗੂ ਹੁੰਦਾ ਤਾਂ ਸੂਬਿਆਂ ਦੇ ਕਲਚਰ ਖਤਮ ਹੋਣਗੇ। ਅਤੇ ਉਹਨਾਂ ਨੇ ਵੀ ਕਿਹਾ ਕਿ ਖਾਲਸੇ ਤੇ ਕੋਈ ਵੀ ਕੋਡ ਲਾਗੂ ਨਹੀਂ ਹੁੰਦਾ। ਸੋ ਕਿਸ ਤਰੀਕੇ ਨਾਲ ਸਿਆਸੀ ਤਸਵੀਰ ਦੇਖੀਏ ਡੱਲਾ ਜੀ, ਕਿਉਂਕਿ ਕੁਝ ਕਿਆਸ ਰਾਈਆਂ ਵੀ ਲੱਗ ਰਹੀਆਂ ਸੀ ਕਿ ਦੇ ਸਮੇਂ ਵਿੱਚ ਸ਼ਾਇਦ ਅਕਾਲੀ ਅਤੇ ਬੀਜੇਪੀ ਦਾ ਗੱਠਜੋੜ ਹੋ ਸਕਦਾ ਹੈ, ਪਰ ਯੂਸੀਸੀ ਆਉਣ ਦੇ ਨਾਲ ਕੀ ਇਹ ਸੰਭਾਵਨਾਵਾਂ ਵੀ ਖਤਮ ਹੁੰਦੀਆਂ ਨਜ਼ਰ ਆ ਰਹੀਆਂ ਨੇ? ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਬਾਰੇ ਜਿਹੜੀ ਇਹ ਰਾਏ ਬਣ ਰਹੀ ਸੀ ਕਿ ਆਉਂਦੇ ਸਮੇਂ ਦੇ ਵਿੱਚ ਇਹਨਾਂ ਦੋਨਾਂ ਦਾ ਸਮਝੌਤਾ ਹੋ ਸਕਦਾ ਹੈ। ਇਹ ਰਾਏ ਬਣ ਰਹੀ ਸੀ ਕਿ ਚੋਣਾਂ ਤੋਂ ਕੁਝ ਦੇਰ ਪਹਿਲਾਂ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋ ਸਕਦਾ, ਕਿਉਂਕਿ ਅਕਾਲੀ ਦਲ ਦੇ ਲੀਡਰ ਅਕਸਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਤਾਰੀਫ ਕਰਦੇ ਨੇ। ਜਦੋਂ ਦੁਨੀਆ ਤੋਂ ਗਏ ਪ੍ਰਕਾਸ਼ ਸਿੰਘ ਬਾਦਲ, ਉਸ ਵੇਲੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਚੇਚੇ ਤੌਰ ਤੇ ਸ਼ਰਧਾਂਜਲੀ ਦੇਣ ਪਹੁੰਚੇ, ਸਾਰੇ ਪ੍ਰੋਗਰਾਮ ਰੱਦ ਕਰਕੇ। ਔਰ ਉਹਨਾਂ ਦੇ ਅੰਤਿਮ ਸੰਸਕਾਰ ਤੋਂ ਲੈ ਕੇ ਜਿਹੜੀ ਅੰਤਿਮ ਅਰਦਾਸ ਸੀ, ਭਾਰਤੀ ਜਨਤਾ ਪਾਰਟੀ ਦੀ ਵੱਡੀ ਲੀਡਰਸ਼ਿਪ ਦੀ ਨੁਮਾਇੰਦਗੀ ਹੁੰਦੀ ਰਹੀ। ਹੁਣ ਵੀ ਰਾਜਨਾਥ ਸਿੰਘ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਆਏ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਕੇ ਗਏ। ਇਹ ਮੰਨਿਆ ਜਾ ਰਿਹਾ ਸੀ ਕਿ ਬੀਜੇਪੀ ਔਰ ਅਕਾਲੀ ਦਲ ਚੋਣਾਂ ਤੋਂ ਪਹਿਲਾਂ ਇਕੱਠੇ ਹੋ ਸਕਦੇ ਨੇ, ਕਿਉਂਕਿ ਦੋਹਾਂ ਦੀ ਮਜਬੂਰੀ ਵੀ ਹੈ। ਅਕਾਲੀ ਦਲ ਇਸ ਵਕਤ ਪੰਜਾਬ ਦੇ ਵਿੱਚ ਪਛੜਿਆ ਹੋਇਆ ਹੈ। ਭਾਰਤੀ ਜਨਤਾ ਪਾਰਟੀ ਦੇਸ਼ ਦੇ ਵਿੱਚ ਨਵੀਂ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਵਿਰੋਧੀ ਦਲ ਇਕੱਠੇ ਹੋ ਰਹੇ ਨੇ, ਲਗਭਗ 15 ਤੋਂ 20 ਵਿਰੋਧੀ ਦਲ ਲਗਾਤਾਰ ਮੁਲਕ 'ਚ ਇਕੱਠੇ ਨੇ ਔਰ ਉਹਨਾਂ ਦੀ ਜਿਹੜੀ ਸਿਆਸਤ ਹੈ ਉਹ ਨਰਿੰਦਰ ਮੋਦੀ ਦੇ ਖਿਲਾਫ ਇਕੱਠੇ ਹੋ ਕੇ 2024 ਦੀਆਂ ਚੋਣਾਂ ਲੜਨ ਦੀ ਹੈ। ਪਿਛਲੇ 2-3 ਦਿਨਾਂ ਤੋਂ ਨਰਿੰਦਰ ਮੋਦੀ ਨੇ ਭੋਪਾਲ 'ਚ ਜਿਹੜਾ ਬਿਆਨ ਦਿੱਤਾ ਕਿ ਦੇਸ਼ 'ਚ ਯੂਸੀਸੀ ਯੂਨੀਫਾਰਮ ਸਿਵਲ ਕੋਡ, ਮਤਲਬ ਦੇਸ਼ ਦੇ ਵਿੱਚ ਇੱਕ ਜਿਹੜੀ ਸਮਾਨ ਨਾਗਰਿਕ ਆਚਾਰ ਸੰਹਿਤਾ ਕਹਿ ਲਓ, ਇਹਨੂੰ ਕਾਨੂੰਨ ਕਹਿ ਲਓ, ਇਹਨੂੰ ਲੀਗਲ ਫਾਰਮੇਸ਼ਨ ਕਹਿ ਲਓ, ਸਬੰਧ ਇਹਦਾ ਮੋਟੇ ਤੌਰ 'ਤੇ ਸਿਟੀਜ਼ਨ ਦੇ ਰਾਈਟਸ ਨੂੰ ਲੈ ਕੇ ਆ, ਮਨੁੱਖਾਂ ਦੇ ਅਧਿਕਾਰਾਂ ਨੂੰ ਲੈ ਕੇ ਆ। ਹਾਲਾਂਕਿ ਇਹਦੇ ਨਾਲ ਸਾਡੇ ਵੱਖ-ਵੱਖ ਜਿਹੜੇ ਧਾਰਮਿਕ ਭਾਈਚਾਰੇ ਆ ਉਹਨਾਂ ਦੀ ਪ੍ਰਤੀਕਿਰਿਆ ਵੀ ਆਈ ਆ, ਉਹਦਾ ਵੀ ਜ਼ਿਕਰ ਮੈਂ ਵੱਖਰੇ ਤੌਰ 'ਤੇ ਕਰਦਾ। ਹੁਣ ਪ੍ਰਧਾਨ ਮੰਤਰੀ ਨੇ ਵਕਾਲਤ ਕਰਤੀ। ਮੈਨੂੰ ਇਹ ਲੱਗਦਾ, ਜੋ ਮੇਰੀ ਸਮਝ ਕਹਿੰਦੀ ਹੈ, ਕਿ ਭਾਰਤੀ ਜਨਤਾ ਪਾਰਟੀ ਇਸ ਕਾਨੂੰਨ ਨੂੰ ਲੋਕ ਸਭਾ 'ਚ ਪਾਸ ਕਰ ਸਕਦੀ ਹੈ, ਯੂਨੀਫਾਰਮ ਸਿਵਲ ਕੋਡ ਨੂੰ ਜੀ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਕੇਂਦਰ ਸਰਕਾਰ ਦੀ ਸਿਫਾਰਿਸ਼ਾਂ 'ਤੇ ਜਿਹੜਾ ਕਾਨੂੰਨ ਮਹਿਕਮਾ ਉਹ ਇਹਦੀਆਂ ਗਾਈਡਲਾਈਨਸ ਤਿਆਰ ਕਰ ਰਿਹਾ ਸੀ। ਕਈ ਸੂਬਿਆਂ 'ਚ ਭਾਰਤੀ ਜਨਤਾ ਪਾਰਟੀ ਨੇ ਯੂਨੀਫਾਰਮ ਸਿਵਲ ਕੋਡ ਦੀ ਖੁੱਲ੍ਹ ਕੇ ਵਕਾਲਤ ਕੀਤੀ ਹੈ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਇਹਦਾ ਸਮਰਥਨ ਕੀਤਾ, ਉਸ ਤੋਂ ਬਾਅਦ ਪੋਲੀਟੀਕਲ ਤੌਰ 'ਤੇ ਦੋ ਵੱਡੀਆਂ ਧਿਰਾਂ ਨੂੰ ਮੈਂ ਸੁਣਿਆ। ਕਾਂਗਰਸ ਨੇ ਸਿੱਧਾ ਵਿਰੋਧ ਕੀਤਾ। ਕਾਂਗਰਸ ਦੇ ਹਮਾਇਤੀ ਜਿਹੜੇ ਗਠਬੰਧਨ ਦੇ ਦਲ ਨੇ, ਭਾਵੇਂ ਨਿਤਿਸ਼ ਕੁਮਾਰ ਹੈ, ਭਾਵੇਂ ਸਮਾਜਵਾਦੀ ਪਾਰਟੀ ਹੈ, ਭਾਵੇਂ ਬੀਬੀ ਮਮਤਾ ਬਨਰਜੀ ਹੈ, ਵੱਡੇ ਪੱਧਰ 'ਤੇ ਉਹਨਾਂ ਨੇ ਯੂਨੀਫਾਰਮ ਸਿਵਲ ਕੋਡ ਦਾ ਵਿਰੋਧ ਕੀਤਾ। ਆਮ ਆਦਮੀ ਪਾਰਟੀ ਨੇ ਸਿਧਾਂਤਕ ਤੌਰ 'ਤੇ ਸਹਿਮਤੀ ਦਿੱਤੀ। ਜਿਹੜੇ ਮਿਸਟਰ ਪਾਠਕ ਨੇ ਆਮ ਆਦਮੀ ਪਾਰਟੀ ਦੇ, ਡਾਕਟਰ ਸੰਦੀਪ ਪਾਠਕ, ਉਹ ਕਹਿੰਦੇ ਪ੍ਰਿੰਸੀਪਲੀ ਕੌਨਸਟੀਟਿਊਸ਼ਨ ਦੀ ਧਾਰਾ 44 ਦੇ ਤਹਿਤ ਇਹਨੂੰ ਅਸੀਂ ਸਿਧਾਂਤਕ ਤੌਰ 'ਤੇ ਸਹਿਮਤੀ ਦਿੰਦੇ ਹਾਂ ਔਰ ਧਾਰਾ 44 ਭਾਰਤੀ ਸੰਵਿਧਾਨ ਦੀ ਇਹਦੀ ਸਹਿਮਤੀ ਦਿੰਦੀ ਹੈ। ਉਹ ਕਹਿੰਦੇ ਅਸੀਂ ਪ੍ਰਿੰਸੀਪਲੀ ਸਿਧਾਂਤਕ ਸਹਿਮਤੀ ਦਿੰਦੇ ਹਾਂ, ਇਨ ਪ੍ਰਿੰਸੀਪਲ ਸਾਡੀ ਸਪੋਰਟ। ਮਤਲਬ ਇਹਦੇ ਲਈ ਸਾਰੀਆਂ NGOs, ਧਾਰਮਿਕ ਸੰਗਠਨ, ਪੋਲੀਟੀਕਲ ਪਾਰਟੀਆਂ, ਸਾਰਿਆਂ ਨਾਲ ਖੁੱਲ੍ਹ ਕੇ ਡਿਸਕਸ਼ਨ ਹੋਵੇ, ਗੱਲਾਂ ਬਾਤਾਂ ਹੋਣ। ਜਦੋਂ ਸਰਬ ਸਹਿਮਤੀ ਬਣੇ ਤਾਂ ਫਿਰ ਇਹਦੇ ਬਾਰੇ ਸੋਚਿਆ ਜਾਵੇ। ਆਮ ਆਦਮੀ ਪਾਰਟੀ ਇੱਕ ਤਰੀਕੇ ਨਾਲ ਵਿਰੋਧੀ ਦਲਾਂ ਦੇ ਨਾਲ ਜਿਹੜੀ ਮੀਟਿੰਗ ਕਰਕੇ ਹਟੀ ਹੈ, 23 ਜੂਨ ਨੂੰ ਉੱਥੇ ਗਈ ਹੈ, ਇੱਕ ਤਰੀਕੇ ਨਾਲ ਆਮ ਆਦਮੀ ਪਾਰਟੀ ਇਸ ਮੁੱਦੇ 'ਤੇ ਉਹਨਾਂ ਪਾਰਟੀਆਂ ਤੋਂ ਵੱਖਰੀ ਨਿਕਲ ਆਈ ਕਿ ਸਿਧਾਂਤਕ ਤੌਰ 'ਤੇ ਅਸੀਂ ਨਾਲ ਆਏ। ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਔਰ ਦੂਜੇ ਵਿਰੋਧੀ ਦਲਾਂ ਦੇ ਵਿੱਚ ਹੁਣ ਕੋਈ ਮੈਨੂੰ ਬਹੁਤੀ ਜ਼ਿਆਦਾ ਸਮਝੌਤੇ ਦੀ ਗੁੰਜਾਇਸ਼ ਬਣਦੀ ਨਹੀਂ। ਔਰ ਕਿਉਂਕਿ ਆਮ ਆਦਮੀ ਪਾਰਟੀ ਨੇ ਯੂਨੀਫਾਰਮ ਸਿਵਲ ਕੋਡ 'ਤੇ ਸਿਧਾਂਤਕ ਸਹਿਮਤੀ ਜਤਾਤੀ, ਕੋਈ ਵੱਡੀ ਗੱਲ ਨਹੀਂ। ਨੈਸ਼ਨਲ ਕਾਨਫਰੰਸ ਵਰਗੀਆਂ ਪਾਰਟੀਆਂ, ਜੰਮੂ ਕਸ਼ਮੀਰ ਦੀਆਂ ਪਾਰਟੀਆਂ, ਬੀਬੀ ਮਮਤਾ ਬਨਰਜੀ ਜਾਂ ਹੋਰ ਪੋਲੀਟੀਕਲ ਪਾਰਟੀਆਂ ਉਸ ਗਠਬੰਧਨ 'ਚ
ਜਿਹਦੇ 'ਚ ਅਰਵਿੰਦ ਕੇਜਰੀਵਾਲ ਜੀ ਵੀ ਮੀਟਿੰਗ 'ਚ ਜਾ ਕੇ ਆਏ ਆ। ਹੋ ਸਕਦਾ ਹੈ ਉਹ ਹੁਣ ਆਰਡੀਨੈਂਸ ਤੇ ਸਪੋਰਟ ਨਾ ਕਰਨ ਅਰਵਿੰਦ ਕੇਜਰੀਵਾਲ ਜੀ ਦੀ ਆਮ ਆਦਮੀ ਪਾਰਟੀ ਨੂੰ। ਦੇਖੋ ਪੋਲਿਟਿਕਸ ਮੁੱਦਿਆਂ ਦੇ ਨਾਲ ਬਦਲਦੀ ਹੈ ਦੇਸ਼। ਜੀ ਜੀ ਅਰਵਿੰਦ ਕੇਜਰੀਵਾਲ ਜੀ ਆਰਡੀਨੈਂਸ ਤੇ ਸਪੋਰਟ ਚਾਹ ਰਹੇ ਨੇ ਸਾਰੇ ਵਿਰੋਧੀ ਧਿਰਾਂ ਦੀ। ਨਰਿੰਦਰ ਮੋਦੀ ਜੀ ਨੇ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰਤੀ, ਪ੍ਰਿੰਸੀਪਲੀ ਆਮ ਆਦਮੀ ਪਾਰਟੀ ਸਮਰਥਨ ਕਰ ਗਈ। ਹੁਣ ਦੂਜੀਆਂ ਵਿਰੋਧੀ ਪਾਰਟੀਆਂ ਵਿਰੋਧ 'ਚ ਨੇ। ਇਹਦਾ ਮਤਲਬ ਹੈ ਹੁਣ ਉਹ ਆਰਡੀਨੈਂਸ ਤੇ ਵੀ ਆਪਣਾ ਸਮਰਥਨ ਸੋਚ ਸਮਝ ਕੇ ਦੇਣਗੀਆਂ। ਬਿਲਕੁਲ। ਇਹਦੇ ਨਾਲ ਤੀਸਰੀ, ਹੁਣ ਜਿਹੜੀ ਤੁਹਾਡਾ ਮੂਲ ਸਵਾਲ ਸੀ ਅਕਾਲੀ ਦਲ ਦਾ, ਅਕਾਲੀ ਦਲ ਆਮ ਆਦਮੀ ਪਾਰਟੀ ਦਾ ਧੁਰ ਵਿਰੋਧੀ ਹੈ। ਅਕਾਲੀ ਦਲ ਉਸ ਨਰਿੰਦਰ ਮੋਦੀ ਜੀ ਦੇ ਵਿਰੋਧੀ ਗਠਬੰਧਨ ਦਾ ਹਿੱਸਾ ਨਹੀਂ ਬਣ ਸਕਦਾ। ਤੇ ਪੰਜਾਬ 'ਚ ਚਰਚਾਵਾਂ ਸੀ ਕਿ ਬੀਜੇਪੀ ਤੇ ਅਕਾਲੀ ਦਲ ਦਾ ਸਮਝੌਤਾ ਹੋ ਸਕਦਾ, ਕਿਉਂਕਿ ਜੇ ਇੱਕ ਪਾਸੇ ਇੰਨੀਆਂ ਪਾਰਟੀਆਂ ਇਕੱਠੀਆਂ ਹੋ ਰਹੀਆਂ ਨੇ ਤੇ ਬੀਜੇਪੀ ਨੂੰ ਵੀ ਪੁਰਾਣੇ ਸਾਥੀ ਜੋੜਨ ਦੀ ਜ਼ਰੂਰਤ ਪੈ ਸਕਦੀ ਹੈ। ਹੁਣ ਯੂਨੀਫਾਰਮ ਸਿਵਲ ਕੋਡ ਤੇ ਅਕਾਲੀ ਦਲ ਖੁੱਲ੍ਹ ਕੇ ਐਸਜੀਪੀਸੀ ਨੇ ਵਿਰੋਧ ਕਰਤਾ। ਇਹਦਾ ਮਤਲਬ ਹੈ ਕਿ ਹੁਣ ਬੀਜੇਪੀ ਔਰ ਅਕਾਲੀ ਦਲ ਦਾ ਵੀ ਸਮਝੌਤਾ, ਜਦੋਂ ਗੱਲ 2024 ਤੋਂ ਪਹਿਲਾਂ ਯੂਨੀਫਾਰਮ ਸਿਵਲ ਕੋਡ ਦੀ ਚੱਲਣੀ ਹੈ, ਕੋਈ ਵੱਡੀ ਗੱਲ ਨਹੀਂ। ਮੈਨੂੰ ਲੱਗਦਾ ਭਾਰਤੀ ਜਨਤਾ ਪਾਰਟੀ ਪਾਰਲੀਮੈਂਟ 'ਚ ਕਾਨੂੰਨ ਪਾਸ ਕਰ ਦੂ, ਪਰ ਰਾਜ ਸਭਾ 'ਚ ਕੰਮ ਅੜ ਸਕਦਾ, ਕਿਉਂਕਿ ਰਾਜ ਸਭਾ ਦੇ ਵਿੱਚ ਬਹੁਮਤ ਨਹੀਂ ਹੈ ਭਾਰਤੀ ਜਨਤਾ ਪਾਰਟੀ ਕੋਲੇ। ਅਰਵਿੰਦ ਕੇਜਰੀਵਾਲ ਦਾ ਆਰਡੀਨੈਂਸ, ਉਹ ਵੀ ਕਾਂਗਰਸ ਦੀਆਂ 31 ਵੋਟਾਂ ਨੇ ਉਹਨਾਂ ਕਰਕੇ ਅੜਿਆ ਪਿਆ। ਤੇ ਇਸੇ ਤਰ੍ਹਾਂ ਰਾਜ ਸਭਾ 'ਚ ਯੂਨੀਫਾਰਮ ਸਿਵਲ ਕੋਡ ਕਾਂਗਰਸ ਔਰ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪਾਰਟੀਆਂ ਦੇ ਵਿਰੋਧ ਕਰਕੇ ਰਾਜ ਸਭਾ 'ਚ ਪਾਸ ਨਹੀਂ ਹੋਣਾ। ਕੋਈ ਵੀ ਕਾਨੂੰਨ ਜਿਹੜਾ ਲੋਕ ਸਭਾ ਦੇ ਨਾਲ ਨਾਲ ਰਾਜ ਸਭਾ 'ਚੋਂ ਪਾਸ ਨਹੀਂ ਹੁੰਦਾ, ਮਤਾ ਐਕਟ ਬਿੱਲ, ਤਦ ਤੱਕ ਕਾਨੂੰਨ ਨਹੀਂ ਬਣਦਾ। ਅਗਰ ਲੋਕ ਸਭਾ ਤੇ ਰਾਜ ਸਭਾ 'ਚੋਂ ਪਾਸ ਹੋਏਗਾ ਤਾਂ ਹੀ ਰਾਸ਼ਟਰਪਤੀ ਕੋਲੇ ਜਾਏਗਾ ਔਰ ਰਾਸ਼ਟਰਪਤੀ ਸਾਹਿਬ ਉਹਦੇ ਤੇ ਦਸਤਖਤ ਕਰਨਗੇ। ਇਸ ਕਰਕੇ ਜੋ ਹਾਲਾਤ ਹਰਜੋਤ ਜੀ ਬਣ ਗਏ ਨੇ ਯੂਨੀਫਾਰਮ ਸਿਵਲ ਕੋਡ ਤੇ ਅਕਾਲੀ ਦਲ ਔਰ ਬੀਜੇਪੀ ਦੀ ਸਹਿਮਤੀ ਬਣਨੀ ਮੈਨੂੰ ਬੜੀ ਔਖੀ ਲੱਗਦੀ ਹੈ। ਅਗਰ ਇਹ ਸਹਿਮਤੀ ਨਾ ਬਣੀ 2024 ਤੋਂ ਪਹਿਲਾਂ, ਬੀਜੇਪੀ ਇਹਦੇ ਤੇ ਅੱਗੇ ਵਧੇਗੀ। ਹੁਣ 2024 ਦੀਆਂ ਚੋਣਾਂ ਤੋਂ ਪਹਿਲਾਂ ਇਹ ਮੈਨੂੰ ਲੱਗਦਾ ਵੱਡਾ ਮੁੱਦਾ ਬਣੇਗਾ ਹਰਜੋਤ ਜੀ। ਅਗਰ ਇਹ ਵੱਡਾ ਮੁੱਦਾ ਬਣੇਗਾ ਤੇ ਅਕਾਲੀ ਦਲ ਇਹਦੇ ਤੇ ਸਪੋਰਟ ਨਹੀਂ ਕਰ ਸਕੇਗਾ ਬੀਜੇਪੀ ਦੀ, ਔਰ ਬੀਜੇਪੀ ਔਰ ਅਕਾਲੀ ਦਲ 'ਚ ਮੈਨੂੰ ਲੱਗਦਾ ਹੈ ਯੂਨੀਫਾਰਮ ਸਿਵਲ ਕੋਡ ਦੇ ਮੁੱਦੇ ਤੇ ਸਮਝੌਤਾ ਹੋਣਾ ਔਖਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ, ਮੈਂ ਉਹਨਾਂ ਨੂੰ ਵੀ ਸੁਣ ਰਿਹਾ ਸੀ, ਉਹ ਕਹਿੰਦੇ ਅਸੀਂ ਇੱਕ ਕਮੇਟੀ ਬਣਾਈ ਹੈ, ਅਸੀਂ 13 ਜੁਲਾਈ ਤੋਂ ਪਹਿਲਾਂ ਸਰਕਾਰ ਨੂੰ ਭੇਜਾਂਗੇ ਔਰ ਅਸੀਂ ਇਹਦਾ ਵਿਰੋਧ ਕਰਾਂਗੇ। ਇਹ ਵੀ ਕਿਹਾ ਹਰਜਿੰਦਰ ਧਾਮੀ ਨੇ ਕਿ ਖਾਲਸੇ ਤੇ ਕੋਈ ਕੋਡ ਨਹੀਂ ਲਾਗੂ ਹੁੰਦਾ, ਜਦਕਿ ਹਜੇ ਮੈਨੂੰ ਲੱਗਦਾ ਹੈ ਯੂਨੀਫਾਰਮ ਸਿਵਲ ਕੋਡ ਦੇ ਵਿੱਚ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਹਾਲੇ ਤੱਕ ਕਿ ਵੱਖ-ਵੱਖ ਧਾਰਮਿਕ ਸੰਗਠਨਾਂ ਦੀ ਸਲਾਹ ਤੇ ਸੁਝਾਅ ਮੰਗੇ ਜਾ ਰਹੇ ਨੇ। ਉਸ ਤੋਂ ਬਾਅਦ ਕਾਨੂੰਨ ਮੰਤਰਾਲਾ ਅੱਗੇ ਇਹਦਾ ਖਰੜਾ ਜਿਹੜਾ ਇਸ ਸਰਕਾਰ ਨੂੰ ਸੌਂਪੇਗਾ। ਬਾਕੀ ਵੇਖਦੇ ਹਾਂ। ਮੈਨੂੰ ਇਹ ਲੱਗਦਾ ਕਿ ਯੂਨੀਫਾਰਮ ਸਿਵਲ ਕੋਡ ਦੇ ਵਿੱਚ ਜਿਹੜੇ ਧਾਰਮਿਕ ਮਸਲੇ ਨੇ ਉਹਨਾਂ ਨੂੰ ਇਸ ਤੋਂ ਬਾਹਰ ਰੱਖਿਆ ਜਾਵੇ ਔਰ ਆਮ ਨਾਗਰਿਕਤਾ ਲਈ ਦੇਸ਼ ਦੇ ਵਿੱਚ ਇੱਕ ਵਿਆਹ ਜਾਂ ਬਾਕੀ ਜਿਹੜੀਆਂ ਪਰੰਪਰਾਵਾਂ ਨੇ ਦੇਸ਼ ਜਿਹੜੀਆਂ ਸਭ ਨੂੰ ਮਨਜ਼ੂਰ ਹੈ, ਉਹਨਾਂ ਦੇ ਉੱਤੇ ਯੂਨੀਫਾਰਮ ਸਿਵਲ ਕੋਡ ਨੂੰ ਲਿਆਇਆ ਜਾ ਸਕਦਾ। ਪਰ ਜਿਹੜੀਆਂ ਮਰਿਆਦਾਵਾਂ ਨੇ, ਧਾਰਮਿਕ ਪਰੰਪਰਾਵਾਂ ਨੇ, ਰੀਤੀ ਰਿਵਾਜ ਨੇ, ਉਹਨਾਂ ਨੂੰ ਵੱਖ ਰੱਖਿਆ ਜਾ ਸਕਦਾ ਹੈ। ਹਾਲਾਂਕਿ ਜਿਹੜਾ ਵਿਆਹ ਦਾ, ਜਿਹੜਾ ਬਹੁ ਵਿਆਹ ਨੇ, ਜਿਵੇਂ 3 ਤਲਾਕ ਸੀ, ਇਹਦਾ ਸਾਡੇ ਇੱਕ ਭਾਈਚਾਰੇ ਦੀਆਂ ਔਰਤਾਂ ਹੀ ਵਿਰੋਧ ਕਰਦੀਆਂ ਸੀ। ਉਹ ਬਹੁਤ ਵੱਡੀ ਉਹਨਾਂ ਨੂੰ ਕਾਮਯਾਬੀ ਮਿਲੀ ਹੈ ਕਿ ਹੁਣ ਮੈਸੇਜ ਦੇ ਜ਼ਰੀਏ ਜਾਂ ਕਹਿ ਕੇ ਤਲਾਕ ਤੇ ਉਹ 3 ਤਲਾਕ ਨਹੀਂ ਕਾਨੂੰਨੀ ਤੌਰ ਤੇ ਮਾਨਤਾ ਰੱਖਦਾ। ਇਸੇ ਤਰ੍ਹਾਂ ਬਹੁ ਵਿਆਹ ਦੀ ਜਿਹੜੀ ਪ੍ਰਣਾਲੀ ਹੈ, ਬਹੁਤੇ ਵਿਆਹ ਦੀ ਪ੍ਰਣਾਲੀ 1 2 3 4, ਉਹਦੇ ਤੇ ਜ਼ਰੂਰ ਮੈਨੂੰ ਲੱਗਦਾ ਡਿਬੇਟ ਡਿਸਕਸ਼ਨ ਕਾਨੂੰਨੀ ਤੌਰ ਤੇ ਹੋਊਗੀ ਵੀ ਅਸੀਂ ਇਹਦੇ ਉੱਪਰ ਕਿਸ ਤਰ੍ਹਾਂ ਦੇ ਨਿਯਮ ਬਣਾਈਏ। ਜੀ ਜੀ, ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ। ਸੋ ਡੱਲਾ ਜੀ, ਅਗਰ ਆਪਾਂ ਅੱਗੋਂ ਗੱਲ ਕਰੀਏ, ਸੋ ਗੁਰਦੁਆਰਾ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਵੀ ਜਿਹੜਾ ਵੱਡਾ ਸਵਾਲ ਇੱਕ ਬਣਿਆ ਹੋਇਆ ਤੇ ਉਸ ਦੇ ਉੱਪਰ ਐਸਜੀਪੀਸੀ ਨੇ ਹੁਣ ਇੱਕ YouTube ਚੈਨਲ ਦੇ ਜ਼ਰੀਏ ਗੁਰਬਾਣੀ ਪ੍ਰਸਾਰਣ ਦੀ ਗੱਲ ਜੋ ਹੈ ਸਾਫ਼ ਕੀਤੀ ਹੈ। ਹਾਲਾਂਕਿ ਉਹਨਾਂ ਨੇ ਵੀ ਕਿਹਾ ਕਿ ਇਹ ਐਸਜੀਪੀਸੀ ਦਾ YouTube ਚੈਨਲ ਪਹਿਲਾਂ ਤੋਂ ਵੀ ਚੱਲ ਰਿਹਾ ਸੀ ਤੇ ਹੁਣ ਉਸ ਦੇ ਉੱਪਰ ਇੰਤਜ਼ਾਮ ਕੀਤੇ ਜਾਣਗੇ ਕਿ ਗੁਰਬਾਣੀ ਦਾ ਪ੍ਰਸਾਰਣ ਉੱਥੇ ਕੀਤਾ ਜਾ ਸਕੇ। ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਇਹ ਬਹੁਤ ਵੱਡੀ ਗੱਲ ਹੈ। ਹਾਲਾਂਕਿ ਇਹ ਮੀਡੀਆ ਦੇ ਵਿੱਚ ਗੱਲਾਂ ਆਈਆਂ ਨੇ, ਸੰਕੇਤ ਦਿੱਤੇ ਨੇ, ऑफिशियल अनाउंसमेंट है, मैनू लगता है वो कुछ दिनों हो सकती है। हरजोत जी, जितों तक मेरी जानकारी है, श्रोमणी गुरुद्वारा प्रबंधक कमेटी ने सब कमेटी बनाई हुई है। श्री अकाल तख्त साहब के जथेदार ने जिहड़ा हुक्म दिता सी कि श्रोमणी कमेटी यूट्यूब चैनल शुरू करे, उस तो बाद मीटिंगां होईयां, प्रस्ताव आए, खरड़ा आया,
ਪੈਸੇ ਵੀ 50-60 ਲੱਖ ਰੁਪਏ ਮਨਜ਼ੂਰ ਹੋਏ ਸੀ ਔਰ ਕੰਮ ਚੱਲ ਰਿਹਾ ਸੀ ਪਿਛਲੇ 5-6 ਮਹੀਨਿਆਂ ਤੋਂ। ਹੁਣ ਇੱਕ ਤਾਂ ਇਹ ਗੱਲ ਸਾਫ਼ ਹੋ ਗਈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਦੋਂ ਹੁਕਮ ਦਿੱਤਾ ਸੀ ਉਸ ਤੋਂ ਬਾਅਦ ਇਹ ਪ੍ਰੋਸੈਸ ਸ਼ੁਰੂ ਹੋ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ। ਮੈਨੂੰ ਇਹ ਲੱਗਦਾ ਕਿਉਂਕਿ ਕੰਟਰੈਕਟ ਹੋਇਆ ਸੀ ਐਸਜੀਪੀਸੀ ਦਾ, ਇਸ ਕਰਕੇ ਮੈਨੂੰ ਲੱਗਦਾ ਕਿ ਉਦੋਂ ਤੁਰੰਤ ਸ਼ਾਇਦ YouTube ਚੈਨਲ ਸ਼ੁਰੂ ਕਰਨ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸਮਰੱਥ ਸੀ। ਪਰ ਮੈਨੂੰ ਲੱਗਦਾ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਿੱਖ ਸੰਗਤ ਨੂੰ ਖੁਸ਼ੀ ਦੇ ਸਕਦੀ ਹੈ ਕਿ ਅਸੀਂ ਪਵਿੱਤਰ ਗੁਰਬਾਣੀ ਦਾ ਪ੍ਰਸਾਰਨ YouTube ਚੈਨਲ ਤੇ ਕਰੀਏ ਆਪਣੇ ਸ਼੍ਰੋਮਣੀ ਕਮੇਟੀ ਦੇ, ਔਰ YouTube ਚੈਨਲ ਦੇ ਉੱਪਰ ਬਿਨਾਂ ਰੁਕੇ 24 ਘੰਟੇ ਦਾ ਪਵਿੱਤਰ ਗੁਰਬਾਣੀ ਔਰ ਉਹਦੇ ਵਿੱਚ ਧਾਰਮਿਕ ਸਮਾਗਮਾਂ ਦਾ ਪ੍ਰਸਾਰਨ ਲਾਈਵ ਵੀ ਕੀਤਾ ਜਾ ਸਕਦਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਰ ਸਕਦੀ ਹੈ। ਅਗਰ ਇਹਦੀਆਂ ਤਿਆਰੀਆਂ ਜ਼ਰੂਰ ਹੋ ਰਹੀਆਂ ਨੇ, ਸੂਤਰ ਇਸ ਤਰੀਕੇ ਦੀਆਂ ਗੱਲਾਂ ਦੱਸਦੇ ਨੇ। ਮੈਨੂੰ ਇਹ ਲੱਗਦਾ ਕਿ YouTube ਚੈਨਲ ਦੇ ਨਾਲ ਹੋਰ ਸੋਸ਼ਲ ਮੀਡੀਆ ਤੇ ਵੀ ਪਵਿੱਤਰ ਗੁਰਬਾਣੀ ਦਾ ਪ੍ਰਸਾਰਨ ਐਸਜੀਪੀਸੀ ਕਰ ਸਕਦੀ ਹੈ। ਪਰ ਮੈਨੂੰ ਇਹ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਤਾਂ ਕੋਈ ਵੱਡਾ ਸੈਟੇਲਾਈਟ ਚੈਨਲ ਖਰੀਦੇਗੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਸੈਟੇਲਾਈਟ ਚੈਨਲ ਲਾਇਸੈਂਸ ਦੀ ਪ੍ਰਕਿਰਿਆ ਦੇ ਤਹਿਤ ਅੱਗੇ ਲਿਆ ਸਕਦੀ ਹੈ। ਸੋ ਮੈਨੂੰ ਲੱਗਦਾ ਚੈਨਲ ਜ਼ਰੂਰ ਲੈ ਕੇ ਆਏਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਮੈਨੂੰ ਉਮੀਦ ਹੈ। ਔਰ ਮੇਰਾ ਇਹ ਮੰਨਣਾ ਹੈ ਕਿ ਭਗਵੰਤ ਮਾਨ ਸਾਹਿਬ ਦਾ ਜਿਹੜਾ ਕਾਨੂੰਨ ਸੀ ਉਹ ਦੇਖਣ ਨੂੰ ਬਹੁਤ ਠੀਕ ਲੱਗਦਾ ਸਭ ਨੂੰ ਕਿ ਭਗਵੰਤ ਮਾਨ ਸਾਹਿਬ ਨੇ ਕਹਿ ਦਿੱਤਾ ਕਿ ਹਰ ਚੈਨਲ ਪਵਿੱਤਰ ਗੁਰਬਾਣੀ ਦਾ ਪ੍ਰਸਾਰਨ ਕਰ ਸਕੇ, ਪਰ ਉਹਦੇ 'ਚ ਕਈ ਤਕਨੀਕੀ ਖਾਮੀਆਂ ਨੇ ਉਸ ਬਿੱਲ 'ਚ। ਮੈਨੂੰ ਨਹੀਂ ਲੱਗਦਾ ਕਿ ਉਹ ਬਿੱਲ ਕੋਰਟ ਕਚਹਿਰੀਆਂ ਦੇ ਵਿੱਚੋਂ ਕਾਮਯਾਬੀ ਨਾਲ ਲਾਗੂ ਹੋ ਸਕੇਗਾ ਕਿਉਂਕਿ ਉਹਦੇ 'ਚ ਕਈ ਤਕਨੀਕੀ ਖਾਮੀਆਂ ਨੇ। ਮੇਰਾ ਇਹ ਮੰਨਣਾ ਹੁਣ ਵੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਵੀ ਪਵਿੱਤਰ ਗੁਰਬਾਣੀ ਦੇ ਪ੍ਰਸਾਰਨ ਦੀ ਮਰਿਆਦਾ ਜਾਂ ਨਿਯਮ ਤੈਅ ਕਰੇਗੀ, ਅਗਰ ਉਹ ਐਸਜੀਪੀਸੀ ਚਾਹੇਗੀ ਕਿ ਬਾਕੀ ਚੈਨਲ ਵੀ ਇਹਨੂੰ ਦਿਖਾ ਸਕਣ ਪਵਿੱਤਰ ਗੁਰਬਾਣੀ ਨੂੰ, ਤੇ ਮੈਨੂੰ ਲੱਗਦਾ ਹੈ ਕਿ ਉਹ ਸੰਪੂਰਨ ਪ੍ਰਸਾਰਨ ਦੀ ਸ਼ਰਤ ਰੱਖੇਗੀ ਕਿਉਂਕਿ ਉਹੀ ਲੋਕ ਅਸੀਂ ਕਹਿ ਸਕਦੇ ਹਾਂ ਕਿ ਧਰਮ ਦੇ ਪ੍ਰਚਾਰ ਦਾ ਹਿੱਸਾ ਬਣਦੇ ਨੇ ਜਿਹੜੇ ਪਵਿੱਤਰ ਗੁਰਬਾਣੀ ਦਾ ਸੰਪੂਰਨ ਪ੍ਰਸਾਰਨ ਕਰਦੇ ਨੇ। ਅਗਰ ਕੁਝ ਹਿੱਸਿਆਂ 'ਚ ਪਵਿੱਤਰ ਗੁਰਬਾਣੀ ਦਾ ਪ੍ਰਸਾਰਨ ਕੋਈ ਕਰੇਗਾ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਧਰਮ ਦਾ ਪ੍ਰਚਾਰ ਕਰ ਰਿਹਾ। ਫਿਰ ਮੈਨੂੰ ਇਹ ਲੱਗਦਾ ਕਿ ਉਹ ਆਪਣੇ ਚੈਨਲ ਦੇ ਵਪਾਰ ਦੇ ਹਿੱਤ ਨੂੰ ਲੈ ਕੇ ਜਿਹੜਾ ਹੈਗਾ ਉਹ ਇਸ ਤਰੀਕੇ ਦੇ ਧਾਰਮਿਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਕਰਦਾ। ਸੋ ਅਗਰ ਭਗਵੰਤ ਮਾਨ ਦੀ ਸਰਕਾਰ ਦੇ ਬਿੱਲ 'ਚ ਇਹ ਸ਼ਰਤ ਹੁੰਦੀ ਕਿ ਅਸੀਂ ਚਾਹੁੰਦੇ ਹਾਂ ਕਿ ਪਵਿੱਤਰ ਗੁਰਬਾਣੀ ਦਾ ਪ੍ਰਸਾਰਨ ਕੋਈ ਵੀ ਚੈਨਲ ਕਰ ਸਕੇ, ਪਰ ਉਹ ਚੈਨਲ ਕਰੇ ਜਿਹੜਾ ਸੰਪੂਰਨ ਗੁਰਬਾਣੀ ਦਾ ਪ੍ਰਸਾਰਨ ਕਰਨਾ ਚਾਹਵੇ, ਉਹਨੂੰ ਫ੍ਰੀ ਪ੍ਰਸਾਰਨ ਹੋਣਾ ਚਾਹੀਦਾ। ਜਿਹਨੇ 15 ਮਿੰਟ, ਅੱਧਾ ਘੰਟਾ, 1 ਘੰਟਾ ਪਵਿੱਤਰ ਗੁਰਬਾਣੀ ਦਾ ਹਿੱਸਾ ਪ੍ਰਸਾਰਿਤ ਕਰਨਾ ਹੈ, ਉਹਦੇ ਨਾਲ ਮੈਨੂੰ ਲੱਗਦਾ ਅਸਹਿਮਤੀ ਰੱਖੀ ਜਾਣੀ ਚਾਹੀਦੀ ਸੀ ਸਰਕਾਰ ਵੱਲੋਂ ਵੀ। ਸੋ ਸਰਕਾਰ ਦਾ ਆਪਣਾ ਬਿੱਲ ਹੀ ਹਜੇ ਸਪਸ਼ਟ ਨਹੀਂ। ਮੈਂ ਹਰ ਰੋਜ਼ ਕਹਿੰਦਾ ਹਰਜੋਤ ਜੀ, ਹੁਣ ਜਿੰਨੇ ਸਾਡੇ ਮਹਾਨ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਵਿੱਚੋਂ ਬਹੁਤ ਚੈਨਲਾਂ ਤੇ ਪ੍ਰਸਾਰਨ ਚੱਲਦੇ ਨੇ। ਹੁਣ ਮੈਂ ਜੇ ਉਦਾਹਰਨ ਲਈ ਕਹਾਂ, ਦੇਖੋ ਸਾਡੇ ਬਹੁਤ ਮਹਾਨ ਬੰਗਲਾ ਸਾਹਿਬ ਗੁਰਦੁਆਰਾ, ਨੰਦੇੜ ਸਾਹਿਬ ਤੋਂ ਬੜੇ ਪ੍ਰਸਾਰਨ ਹੁੰਦੇ ਨੇ ਜੀ, ਤੁਸੀਂ ਦੇਖੋ। ਤੇ ਜੇ ਪੰਜਾਬ ਦੀ ਗੱਲ ਕਰੀਏ ਤੇ ਕਿੰਨੇ ਸਾਡੇ ਗੁਰਦੁਆਰਾ ਸਾਹਿਬਾਨ ਨੇ, ਹਰ ਜ਼ਿਲ੍ਹੇ ਦੇ ਵਿੱਚ ਵੀ ਸਾਡੇ ਜਿਹੜੇ ਵੱਡੇ ਪਵਿੱਤਰ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦਾ ਵੀ ਪ੍ਰਸਾਰਨ ਕਿਸੇ ਨਾ ਕਿਸੇ ਚੈਨਲ ਤੇ ਚੱਲ ਰਿਹਾ। ਔਰ ਲਗਭਗ ਸਾਰੇ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਸਾਰਨ, ਜ਼ਿਆਦਾਤਰ ਗੁਰਦੁਆਰਾ ਸਾਹਿਬ ਤੋਂ ਪ੍ਰਸਾਰਨ ਹੈ ਇੱਕ ਚੈਨਲ ਵਿਸ਼ੇਸ਼ ਤੇ ਚੱਲਦਾ। ਹੁਣ ਇਸ ਕਰਕੇ ਮੈਨੂੰ ਲੱਗਦਾ ਜਿਹੜਾ ਇਹ ਕਾਨੂੰਨ ਪਾਸ ਹੋਇਆ ਇਹਦੇ 'ਚ ਸਪਸ਼ਟਤਾ ਨਹੀਂ ਹੈ ਵੀ ਕੀ ਇਹ ਸਿਰਫ ਤੇ ਸਿਰਫ ਸ਼੍ਰੀ ਦਰਬਾਰ ਸਾਹਿਬ ਲਈ ਹੈ, ਪਵਿੱਤਰ ਗੁਰਬਾਣੀ ਲਈ ਹੈ, ਜਾਂ ਬਾਕੀ ਗੁਰਦੁਆਰਾ ਸਾਹਿਬਾਨਾਂ ਦੀ ਜਿਹੜੀ ਗੁਰਬਾਣੀ ਦਾ ਪ੍ਰਸਾਰਨ ਹੈ ਉਹਦਾ ਵੀ ਕੰਟਰੈਕਟ ਨਹੀਂ ਕੀਤਾ ਜਾ ਸਕੇਗਾ ਜਿਵੇਂ ਇਹ ਕਿਹਾ ਜਾ ਰਿਹਾ ਇਸ ਕਾਨੂੰਨ ਦੇ ਵਿੱਚ। ਇਸ ਕਰਕੇ ਭਗਵੰਤ ਮਾਨ ਸਾਹਿਬ ਦਾ ਜਿਹੜਾ ਬਿੱਲ ਹੈ ਉਹ ਸਪਸ਼ਟ ਨਹੀਂ ਹੈ ਪੂਰੀ ਤਰ੍ਹਾਂ, ਤੇ ਕੋਰਟ ਕਚਹਿਰੀਆਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਹ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ 'ਚ ਆ ਕੇ ਟਿਕੇਗਾ, ਭਾਵੇਂ ਸਰਕਾਰ ਨੇ ਇਹਨੂੰ ਵਿਧਾਨ ਸਭਾ 'ਚ ਪਾਸ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੂੰ ਲੱਗਦਾ ਹੈ ਇੱਕ ਤਾਂ ਉਹ ਇਲੈਕਟਡ ਬਾਡੀ ਹੈ, ਚੁਣੀ ਹੋਈ ਨੁਮਾਇੰਦਾ ਜਥੇਬੰਦੀ ਹੈ, ਔਰ ਗੁਰਦੁਆਰਾ ਸਾਹਿਬ ਦੇ ਵਿੱਚੋਂ ਪਵਿੱਤਰ ਗੁਰਬਾਣੀ ਦੇ ਪ੍ਰਸਾਰਨ ਲਈ ਕਿਹੜੇ ਨਿਯਮ, ਸ਼ਰਤਾਂ, ਉਹ ਸਾਰੇ ਬਹੁਤ ਚੰਗੀ ਤਰ੍ਹਾਂ ਐਸਜੀਪੀਸੀ ਹੀ ਤੈਅ ਕਰ ਸਕਦੀ ਹੈ। ਸੋ ਮੈਨੂੰ ਲੱਗਦਾ ਆਉਂਦੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਚੰਗੇ ਤਰੀਕੇ ਨਾਲ ਪਵਿੱਤਰ ਗੁਰਬਾਣੀ ਦੇ ਪ੍ਰਸਾਰਨ ਵਾਲੇ ਪਾਸੇ ਅੱਗੇ ਵਧੇਗੀ, ਮੈਨੂੰ ਇੰਜ ਲੱਗਦਾ ਜੀ। ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ ਡੱਲਾ ਜੀ। ਅਗਲੀ ਖਬਰ ਵੱਲ ਵਧੀਏ ਤਾਂ ਜਿਹੜੀ ਆਰਡੀਨੈਂਸ ਦੇ ਮੁੱਦੇ ਤੇ ਜਾਂ 2024 ਦੀਆਂ ਚੋਣਾਂ ਨੂੰ ਲੈ ਕੇ ਵਿਰੋਧੀ ਧਿਰਾਂ ਦੀ ਜਿਹੜੀ ਬੈਠਕ ਸ਼ਿਮਲਾ ਵਿੱਚ ਹੋਣੀ ਸੀ, ਹੁਣ ਜਗ੍ਹਾ ਬਦਲ ਦਿੱਤੀ ਗਈ ਹੈ। ਬੈਂਗਲੁਰੂ ਵਿੱਚ ਹੁਣੇ ਮੀਟਿੰਗ ਹੋਏਗੀ, ਇਸ ਤੋਂ ਪਹਿਲਾਂ ਪਹਿਲੀ ਮੀਟਿੰਗ ਜਿਹੜੀ ਪਟਨਾ ਵਿੱਚ ਹੋ ਚੁੱਕੀ ਹੈ। ਸੋ ਕਿਸ ਤਰ੍ਹਾਂ ਦੀਆਂ ਉਮੀਦਾਂ ਇਸ ਮੀਟਿੰਗ ਤੋਂ ਹੁਣ ਰੱਖੀਆਂ ਜਾ ਸਕਦੀਆਂ ਨੇ ਜੋ ਬੈਂਗਲੁਰੂ ਵਿੱਚ ਹੋਏਗੀ? ਕੀ ਲੱਗਦਾ ਹੈ ਕੀ ਸੱਟਾ ਨਿਕਲ ਸਕਦਾ ਇਸ ਮੀਟਿੰਗ ਦਾ?
ਦੇਖੋ ਹੁਣੇ ਸਰਕਾਰ ਬਣੀ ਹੈ ਕਰਨਾਟਕਾ 'ਚ ਕਾਂਗਰਸ ਦੀ, ਔਰ ਬੈਂਗਲੁਰੂ ਜਿਹਨੂੰ ਬੰਗਲੌਰ ਵੀ ਕਹਿੰਦੇ ਨੇ ਜੀ, ਇਹ ਕਰਨਾਟਕਾ ਦੀ ਕੈਪੀਟਲ ਹੈ, ਰਾਜਧਾਨੀ ਹੈ। ਸ਼ਿਮਲਾ ਕਿਉਂਕਿ ਉੱਤਰ ਭਾਰਤ ਦੇ ਵਿੱਚ ਹੈ, ਸੋ ਸਾਰੇ ਦੇਸ਼ 'ਚੋਂ ਵੱਖ-ਵੱਖ ਪੋਲੀਟੀਕਲ ਪਾਰਟੀਆਂ ਨੇ ਜਾਣਾ ਹੈ। ਸੋ ਮੈਨੂੰ ਲੱਗਦਾ ਉਹਨਾਂ ਨੇ ਕਰਨਾਟਕਾ ਤੈਅ ਕੀਤਾ ਕਿਉਂਕਿ ਨਵੀਂ ਕਾਂਗਰਸ ਦੀ ਸਰਕਾਰ ਬਣੀ ਹੈ ਉੱਥੇ। ਹਾਲਾਂਕਿ ਹਿਮਾਚਲ 'ਚ ਵੀ ਕੁਝ ਸਮਾਂ ਪਹਿਲਾਂ ਹੀ ਸਰਕਾਰ ਬਣੀ ਹੈ, ਪਰ ਕਿਉਂਕਿ ਬਰਸਾਤਾਂ ਜੂਨ ਜੁਲਾਈ ਦੇ ਵਿੱਚ ਬਰਸਾਤਾਂ ਬਹੁਤ ਨੇ। ਹੁਣ ਵੀ ਸਾਨੂੰ ਪਤਾ, ਦੇਖੋ ਕੱਲ੍ਹ ਵੀ ਪੰਜਾਬ 'ਚ ਕਿੰਨਾ ਮੀਂਹ ਪਿਆ ਜੀ। ਮੈਂ ਕਈ ਥਾਂ ਦੇਖ ਰਿਹਾ ਸੀ। ਸਾਡੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਸੜਕਾਂ 'ਤੇ ਐਂ ਪਾਣੀ ਸੀ ਜਿਵੇਂ ਮੈਨੂੰ ਐਂ ਲੱਗਦਾ ਸੀ ਸਾਡੇ ਛੋਟੇ-ਛੋਟੇ ਦਰਿਆਵਾਂ ਦੇ ਕੰਢੇ ਅਸੀਂ ਟਾਪੂ ਵਸਾਏ ਹੋਏ ਨੇ। ਐਂ ਕੱਲ੍ਹ ਮਾਹੌਲ ਲੱਗ ਰਿਹਾ ਸੀ। ਕੱਲ੍ਹ ਮੈਂ ਹਰਜੋਤ ਜੀ ਮੈਨੂੰ ਜਾਣ ਦਾ ਮੌਕਾ ਮਿਲਿਆ ਸੀ ਮੋਹਾਲੀ, ਤੁਹਾਡਾ ਤਾਂ ਚਲੋ ਸ਼ਹਿਰ ਪਟਿਆਲਾ। ਕੱਲ੍ਹ ਮੈਨੂੰ ਮੋਹਾਲੀ ਜਾਣ ਦਾ ਮੌਕਾ ਮਿਲਿਆ। ਮੈਂ 2-3 ਘੰਟੇ ਮੋਹਾਲੀ ਦੀਆਂ ਸੜਕਾਂ 'ਚੋਂ ਬਾਹਰ ਹੀ ਨਹੀਂ ਨਿਕਲ ਸਕਿਆ ਕਿਉਂਕਿ ਇੰਨਾ ਜ਼ਿਆਦਾ ਪਾਣੀ। ਸ਼ੁਕਰ ਹੈ ਰੱਬ ਦਾ ਕਿ ਭਗਵੰਤ ਮਾਨ ਸਾਹਿਬ ਨਾਲ ਤਾਂ ਇੰਨੀ ਸਾਰੀ ਸਿਕਿਉਰਿਟੀ ਹੈ, ਇੰਨੀਆਂ ਗੱਡੀਆਂ ਗੁੱਡੀਆਂ ਨੇ, ਰਾਹ ਬਣ ਜਾਂਦਾ ਹੋਣਾ। ਨਹੀਂ ਤਾਂ ਮੁੱਖ ਮੰਤਰੀ ਨੇ ਜੇ ਕੱਲ੍ਹ ਚੰਡੀਗੜ੍ਹੋਂ ਨਿਕਲ ਕੇ ਸੰਗਰੂਰ ਜਾਣਾ ਹੁੰਦਾ ਤੇ 3-4 ਘੰਟੇ ਤਾਂ ਮੋਹਾਲੀ ਦੇ ਚੱਕੜ ਪਾਣੀ ਵਾਲੀਆਂ ਸੜਕਾਂ ਦੀ ਭਗਵੰਤ ਮਾਨ ਸਾਹਿਬ ਨੇ ਫਸੇ ਰਹਿਣਾ ਸੀ। ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਕੱਲਾ ਬਿਜਲੀ ਬਿੱਲ ਦਾ ਮਾਫੀ, ਕੱਲਾ 2-3 ਫੈਸਲੇ ਮੁਹੱਲਾ ਕਲੀਨਿਕਾਂ ਦੇ ਨਾਲ ਪੰਜਾਬ ਦੀ ਤਰੱਕੀ ਨਹੀਂ ਹੋਣੀ। ਸੋ ਪੰਜਾਬ ਦੀ ਤਰੱਕੀ ਲਈ ਮੈਂ ਜਿਵੇਂ ਅੱਗੇ ਕਹਿੰਦਾ ਹੁੰਦਾ ਕਿ ਸੰਪੂਰਨ ਤਰੱਕੀ ਦੇ ਮਾਡਲ ਦੇ ਉੱਤੇ ਕੰਮ ਹੋਣਾ ਚਾਹੀਦਾ। ਸੜਕਾਂ ਤਾਂ ਬਣ ਹੀ ਨਹੀਂ ਰਹੀਆਂ ਪੰਜਾਬ 'ਚ, ਨਾ ਪਿੰਡਾਂ ਦੀਆਂ ਬਣ ਰਹੀਆਂ ਨਾ ਸ਼ਹਿਰਾਂ 'ਚ ਜੀ। ਆ ਟੋਲ ਵਾਲਿਆਂ ਨੇ ਮਾੜੀਆਂ ਮੋਟੀਆਂ ਸਾਡੇ ਪੈਸਿਆਂ ਨਾਲ ਸੜਕਾਂ ਬਣਾਤੀਆਂ, ਨਹੀਂ ਤਾਂ ਸਰਕਾਰ ਦੇ ਮੈਨੂੰ ਵੱਸ 'ਚ ਲੱਗਦਾ ਨਹੀਂ। ਹੁਣ ਮੈਨੂੰ ਨਹੀਂ ਪਤਾ ਜੇ RDF ਦਾ ਪੈਸਾ ਨਾ ਆਇਆ ਤੇ ਸਾਡੀਆਂ ਪਿੰਡਾਂ ਪੁੰਡਾਂ ਦੀਆਂ ਸੜਕਾਂ ਦਾ ਕੀ ਬਣੂਗਾ। ਭਾਈ ਕਿਤੇ ਦੁਬਾਰਾ ਘੋੜਿਆਂ ਤੇ ਨਾ ਸਾਨੂੰ ਆਉਣਾ ਪਵੇ ਕਿਉਂਕਿ ਚੱਕੜ ਮਿੱਟੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਗੱਡੀਆਂ ਦੇ ਤਾਂ ਟਾਇਰ ਤਿਲਕ ਜਾਂਦੇ ਆ ਜੀ। ਮੈਂ ਦੇਖਦਾ ਕਈ ਵਾਰੀ ਟਰਾਲੀਆਂ ਚਲੋ ਫਿਰ ਚੱਲ ਸਕਦੀਆਂ ਨੇ, ਪਰ ਹੁਣ ਜੇ ਕਿਸੇ ਨੇ ਬੱਚਿਆਂ ਨੇ ਸਕੂਲ ਜਾਣਾ, ਅੱਜ ਕੱਲ੍ਹ ਵੈਨ ਲੈਣ ਆਉਂਦੀ ਆ, ਉਹ ਕਿੱਦਾਂ ਜਾਊ। ਸੋ ਇਸ ਕਰਕੇ ਇਹ ਬੜੀ ਚਿੰਤਾ ਵਾਲੀ ਗੱਲ ਹੈ। ਭਗਵੰਤ ਮਾਨ ਸਾਹਿਬ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਇਸ ਪਾਸੇ ਕਿ ਅਸੀਂ ਕਿਵੇਂ ਸੜਕੀ ਵਿਕਾਸ ਵਾਲੇ ਪਾਸੇ ਧਿਆਨ ਦਈਏ। ਫਿਰ ਪੁਰਾਣੀਆਂ ਕਹਾਵਤਾਂ ਆ ਗਈਆਂ, ਜਿਵੇਂ ਇੱਕ ਟਾਈਮ ਸੀ ਕਹਿੰਦੇ ਸੀ ਰੋਡਵੇਜ਼ ਦੀਆਂ ਗੱਡੀ ਦੀਆਂ ਤਾਕੀਆਂ ਸ਼ੀਸ਼ੇ ਖੜਕਦੇ ਰਹਿੰਦੇ ਆ। ਫਿਰ ਇੱਕ ਦੌਰ ਆਇਆ ਵਧੀਆ ਗੱਡੀਆਂ, ਹੁਣ ਗੱਡੀਆਂ ਵਧੀਆ ਹੋ ਗਈਆਂ ਤੇ ਸੜਕਾਂ ਟੁੱਟੀਆਂ ਪਈਆਂ ਨੇ ਲਗਭਗ। ਜਿਹੜੀਆਂ ਟੋਲ ਤੋਂ ਬਿਨਾਂ ਵਾਲੀਆਂ ਸੜਕਾਂ ਨੇ ਉਹਨਾਂ ਦੀ ਕੋਈ ਬਹੁਤ ਹੀ ਵਧੀਆ ਸਥਿਤੀ ਨਹੀਂ ਹੈਗੀ। ਸੋ ਜਿਹੜੇ ਮੰਤਰੀ ਨੇ, ਦੇਖੋ ਇੱਕ ਗੱਲ ਹੋਰ ਹੈ, ਇਹਨਾਂ ਦੀਆਂ ਗੱਡੀਆਂ ਬਹੁਤ ਮਹਿੰਗੀਆਂ ਹੁੰਦੀਆਂ। ਅਸੀਂ ਤਾਂ ਐਵੇਂ ਹੀ ਆ ਛੋਟੀਆਂ ਮੈਂ ਚਲੋ ਨਾਂ ਨਹੀਂ ਕਿਸੇ ਕੰਪਨੀ ਦਾ ਲੈਂਦਾ ਭਾਈ, ਐਵੇਂ ਛੋਟੀਆਂ ਗੱਡੀਆਂ 4 ਸੀਟਾਂ ਵਾਲੀਆਂ, ਸਾਡੀ ਤਾਂ ਸ਼ੇਰੀ ਛੱਤ ਨੂੰ ਲੱਗ ਜਾਂਦਾ। ਉਹ ਛੋਟੀਆਂ ਕਾਰਾਂ ਨੇ। ਹੁਣ ਮੰਤਰੀਆਂ ਕੋਲੇ ਗੱਡੀਆਂ ਇੰਨੀਆਂ ਵਧੀਆ ਨੇ, ਐਡੇ ਵੱਡੇ ਮਹਿੰਗੇ ਉਹਨਾਂ ਦੇ ਸ਼ੌਕਰ ਨੇ। ਸੋ ਉਹ ਕਿੱਥੇ ਬੁੜਕਦੀਆਂ ਨੇ ਟੋਇਆਂ 'ਚ ਜੀ। ਇਸ ਕਰਕੇ ਘੱਟ ਪਤਾ ਲੱਗਦਾ ਮੰਤਰੀਆਂ ਨੂੰ। ਸੋ ਕਿਤੇ ਸਧਾਰਨ ਗੱਡੀਆਂ 'ਚ ਸਰਕਾਰੀ ਗੱਡੀਆਂ ਛੱਡ ਕੇ ਲੀਡਰ ਬਹਿਣ, ਫਿਰ ਉਹਨਾਂ ਨੂੰ ਪਤਾ ਲੱਗੇ। ਇਸ ਕਰਕੇ ਜਿਹੜਾ ਮੂਲ ਮੁੱਦਾ ਸੀ ਵੀ ਹੁਣ ਉਹ ਬੰਗਲੁਰੂ 'ਚ, ਹੁਣ ਜਿਹੜੀ ਵਿਰੋਧੀ ਧਿਰਾਂ ਦੀ ਗੱਲ ਹੈ ਕਿ ਉਹ ਬੰਗਲੁਰੂ ਕਿਉਂ ਗਏ, ਉਹ ਕੈਪੀਟਲ ਹੈ ਕਰਨਾਟਕਾ ਦੀ, ਉੱਥੇ ਸਾਰੇ ਇਕੱਠੇ ਹੋ ਰਹੇ ਨੇ। ਔਰ ਸ਼ਰਦ ਪਵਾਰ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਹਰਜੋਤ ਜੀ। ਮੈਨੂੰ ਇਹ ਲੱਗਦਾ ਹੈ ਕਿ ਵਿਰੋਧੀ ਧਿਰਾਂ ਦੀ ਇਸ ਮੀਟਿੰਗ 'ਚ ਆਮ ਆਦਮੀ ਪਾਰਟੀ ਦਾ ਜਾਣਾ ਮੈਨੂੰ ਸ਼ੱਕੀ ਲੱਗਦਾ ਹੈ। ਹਾਲਾਂਕਿ ਮੈਂ ਇਸ ਕਰਕੇ ਉਹਨਾਂ ਨੇ ਹਿਮਾਚਲ 'ਚ ਨਹੀਂ ਰੱਖੀ ਕਿਉਂਕਿ ਜੂਨ ਜੁਲਾਈ 'ਚ ਮੌਨਸੂਨ ਹੁੰਦੀ ਹੈ। ਹੁਣੀ ਕਿੰਨਾ ਮੀਂਹ ਪਈ ਜਾਂਦਾ, ਜਿਵੇਂ ਮੈਂ ਪਹਿਲਾਂ ਪੂਰੀ ਵਿਆਖਿਆ ਕੀਤੀ ਹੈ ਕੱਲ੍ਹ ਦੀ। ਸੋ ਮੌਨਸੂਨ ਨਾ ਡਿਸਟਰਬ ਕਰਦੇ ਮੀਟਿੰਗ ਨੂੰ। ਜੁਲਾਈ 'ਚ ਤਾਂ ਹਿਮਾਚਲ ਪ੍ਰਦੇਸ਼ 'ਚ ਤਾਂ ਦੇਖੋ ਪਹਾੜਾਂ 'ਚ ਇਹ ਸੜਕਾਂ ਬਹੁਤ ਵਧੀਆ ਬਣਾਤੀਆਂ ਨਿਤਨ ਗਡਕਰੀ ਸਾਹਿਬ ਨੇ ਹਿਮਾਚਲ ਦੀਆਂ, ਸ਼ਿਮਲੇ ਦੀਆਂ। ਮੈਂ ਤਾਂ ਚਲੋ ਸਾਲ 'ਚ ਕਦੀ ਇੱਕ ਅੱਧੀ ਵਾਰੀ ਕੋਈ ਜ਼ਰੂਰੀ ਮੀਟਿੰਗ ਹੋਵੇ ਸ਼ਿਮਲਾ, ਮਾੜਾ ਮੋਟਾ ਮੇਰਾ ਖਿਆਲ 4-5 ਸਾਲਾਂ 'ਚ ਇੱਕ ਅੱਧੀ ਵਾਰੀ ਗਿਆ ਮੈਂ। ਹੁਣ ਹਰਜੋਤ ਜੀ ਕੀ ਹੈ ਕਿ ਮੀਟਿੰਗ ਖਰਾਬ ਹੋ ਸਕਦੀ ਸੀ ਸ਼ਿਮਲੇ 'ਚ, ਮੀਂਹ ਮੂੰਹ ਪੈ ਜੇ 13-14 ਜੁਲਾਈ ਨੂੰ, ਉਦੋਂ ਜ਼ਿਆਦਾ ਬਰਸਾਤਾਂ ਨੇ, ਸੜਕਾਂ ਕਿਤੇ ਬਲੌਕ ਹੋ ਜਾਂਦੀਆਂ। ਸੋ ਬੰਗਲੁਰੂ ਚਲੇ ਗਏ। ਹੁਣ ਆਮ ਆਦਮੀ ਪਾਰਟੀ ਨੇ ਕਿਉਂਕਿ ਸਿਧਾਂਤਕ ਸਪੋਰਟ ਕਰਤੀ ਯੂਨੀਫਾਰਮ ਸਿਵਲ ਕੋਡ ਦੀ। ਹੁਣ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਆਰਡੀਨੈਂਸ 'ਤੇ ਕੋਈ ਸਹਿਮਤੀ ਦੇਊਗੀ ਤੁਰੰਤ ਆਮ ਆਦਮੀ ਪਾਰਟੀ ਨੂੰ। ਮੈਨੂੰ ਨਹੀਂ ਲੱਗਦਾ, ਹੋ ਸਕਦਾ ਦੇ ਰਾਹੁਲ ਗਾਂਧੀ ਦਾ ਕੋਈ ਪਤਾ ਨਹੀਂ ਹੁੰਦਾ ਕਿ ਕੋਈ ਫੈਸਲਾ ਕਰਦੇ ਜਾਂ ਮਲਕ ਅਰਜੁਨ ਖੜਗਾ ਕੋਈ ਫੈਸਲਾ ਕਰਦੇ, ਕਿਉਂਕਿ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਗਰ ਅਗਲੀ ਮੀਟਿੰਗ ਤੋਂ ਪਹਿਲਾਂ ਕਾਂਗਰਸ ਸਟੈਂਡ ਨਹੀਂ ਸਪਸ਼ਟ ਕਰਦੀ ਤੇ ਅਸੀਂ ਹਿੱਸਾ ਨਹੀਂ ਬਣਾਂਗੇ। ਹੁਣ ਜੇ ਬੰਗਲੁਰੂ ਦੀ ਮੀਟਿੰਗ 'ਚ ਆਮ ਆਦਮੀ ਪਾਰਟੀ ਨਹੀਂ ਜਾਂਦੀ ਫਿਰ ਤਾਂ ਸੰਭਾਵਨਾ ਹੀ ਖਤਮ ਹੋ ਗਈਆਂ। 24 ਦੀਆਂ ਚੋਣਾਂ ਤੋਂ ਪਹਿਲਾਂ ਵੀ ਗਠਬੰਧਨ 'ਚ ਆਮ ਆਦਮੀ ਪਾਰਟੀ ਜਾਊਗੀ। ਇਸ ਕਰਕੇ ਪੰਜਾਬ 'ਚ ਜਿਹੜੇ ਲੋਕ ਸੋਚ ਰਹੇ ਸੀ ਕਿ ਆਪ ਤੇ ਕਾਂਗਰਸ ਇਕੱਠੇ ਹੋ ਸਕਦੇ ਨੇ, 24 ਦੀ ਸੰਭਾਵਨਾ ਘਟ ਗਈ। ਇਸੇ ਤਰ੍ਹਾਂ ਪੰਜਾਬ 'ਚ ਆਪ ਤੇ ਬੀਜੇਪੀ ਦੇ ਇਕੱਠੇ ਹੋਣ ਦੀ ਸੰਭਾਵਨਾ ਘਟ ਗਈ। ਮਾਫ ਕਰਨਾ, ਅਕਾਲੀ ਦਲ ਤੇ ਬੀਜੇਪੀ ਦੇ ਇਕੱਠੇ ਹੋਣ ਦੀ ਸੰਭਾਵਨਾ ਘਟ ਗਈ। ਇਹਦਾ ਮਤਲਬ ਹੈ 24 ਦੀਆਂ ਇਲੈਕਸ਼ਨਾਂ 'ਚ ਪੰਜਾਬ 'ਚ ਆਮ ਆਦਮੀ ਪਾਰਟੀ, ਅਕਾਲੀ ਦਲ, ਕਾਂਗਰਸ ਔਰ ਬੀਜੇਪੀ ਇਕੱਲੇ ਲੜ ਸਕਦੇ ਨੇ। ਅਜਿਹੇ ਹਾਲਾਤਾਂ 'ਚ
ਆਮ ਆਦਮੀ ਪਾਰਟੀ ਪੰਜਾਬ ਵਾਲੇ ਤਾਂ ਬਾਗੋ ਬਾਗ ਹੋ ਜਾਣਗੇ ਵੀ ਭਾਈ ਪੰਜਾਬ 'ਚ ਅਸੀਂ ਬਹੁਤ ਵਧੀਆ ਮੁਕਾਬਲਾ ਕਰਾਂਗੇ। ਹਾਲਾਂਕਿ ਅਗਰ 1000 ਰੁਪਈਆ ਖਾਤਿਆਂ 'ਚ ਪਾ ਗਏ ਆਮ ਆਦਮੀ ਪਾਰਟੀ ਵਾਲੇ ਫਿਰ ਤਾਂ ਇਹਨਾਂ ਨੇ ਹੋਰ ਜ਼ਿਆਦਾ ਖੁਸ਼ ਹੋ ਜਾਣਾ ਪਰ ਹਜੇ ਪਏ ਨੇ 9 10 11 ਮਹੀਨੇ। ਸਿਆਸਤ 'ਚ ਤਾਂ ਇੱਕ ਦਿਨ ਦਾ ਕੁਝ ਨਹੀਂ ਪਤਾ ਹੁੰਦਾ। ਸੋ ਮੋਦੀ ਸਾਹਿਬ ਨੇ UCC ਦੀ ਗੱਲ ਕੀਤੀ ਤੇ ਵਿਰੋਧੀ ਧਿਰਾਂ ਦੇ ਜਿਹੜੇ ਏਕਤਾ ਦੇ ਜਿਹੜੇ ਏਜੰਡੇ ਸੀ ਉਹ ਹਿੱਲ ਗਏ ਸਾਰੇ। ਸੋ ਇਸ ਕਰਕੇ ਮੀਟਿੰਗ ਬਹੁਤ ਅਹਿਮੀਅਤ ਵਾਲੀ ਹੈ। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰਾ ਐਨਾਲਿਸਿਸ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਤੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਬਹੁਤ ਬਹੁਤ ਧੰਨਵਾਦ।